देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। पंजाब की धरती तो पैदा होए साहब कांशी राम ने करीबन 1984 ਦੇ ਵਿੱਚ ਕੀਤਾ। ਦੱਬੇ ਕੁਚਲੇ ਲੋਕ ਜਿਹੜੇ ਆ ਉਹਨਾਂ ਨੂੰ ਇੱਕ ਰਾਜਨੀਤਿਕ ਸ਼ਕਤੀ ਮਿਲੇ, ਉਹ ਆਪਣੇ ਫੈਸਲੇ ਆਪ ਲੈ ਸਕਣ, ਉਹ ਆਪਣੀ ਸਰਕਾਰ ਆਪ ਬਣਾ ਸਕਣ। ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦਾ ਬਹੁਤ ਵੱਡਾ ਸੰਘਰਸ਼ ਕਰਕੇ, ਮਿਹਨਤ ਕਰਕੇ, ਬਹੁਤ ਘੱਟ ਸਾਧਨਾਂ ਦੇ ਵਿੱਚ ਇਹਦਾ ਗਠਬੰਧਨ ਕੀਤਾ। दो हज़ार 22 ਦੀਆਂ ਚੋਣਾਂ ਤੋਂ ਪਹਿਲਾਂ ਬਹੁਮਤ ਸਮਾਜ ਪਾਰਟੀ और ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਚੁੱਕਾ ਹੈ। ਇਸੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੈ ਦਵਨਵੀਰ ਸਿੰਘ ਫਲੌਰ। ਉਹਨਾਂ ਨਾਲ ਗੱਲਬਾਤ। ਸਰ, ਕਾਫੀ ਲੰਬੇ ਸਮੇਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਬਹੁਮਤ ਸਮਾਜ ਪਾਰਟੀ ਦਾ ਗੱਠਜੋੜ ਹੋ ਚੁੱਕਾ, ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਪੰਜਾਬ ਦੀ ਧਰਤੀ ਤੋਂ ਪੈਦਾ ਹੋਏ ਸਾਹਬ ਕਾਂਸ਼ੀ ਰਾਮ ਨੇ ਕਰੀਬਨ 1984 ਦੇ ਵਿੱਚ ਕੀਤਾ। ਉਹ ਚਾਹੁੰਦੇ ਸੀ ਦੱਬੇ ਕੁਚਲੇ ਲੋਕ ਜਿਹੜੇ ਆ ਉਹਨਾਂ ਨੂੰ ਇੱਕ ਰਾਜਨੀਤਿਕ ਸ਼ਕਤੀ ਮਿਲੇ, ਉਹ ਆਪਣੇ ਫੈਸਲੇ ਆਪ ਲੈ ਸਕਣ, ਉਹ ਆਪਣੀ ਸਰਕਾਰ ਆਪ ਬਣਾ ਸਕਣ। ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦਾ ਬਹੁਤ ਵੱਡਾ ਸੰਘਰਸ਼ ਕਰਕੇ, ਮਿਹਨਤ ਕਰਕੇ, ਬਹੁਤ ਘੱਟ ਸਾਧਨਾਂ ਦੇ ਵਿੱਚ ਇਹਦਾ ਗਠਬੰਧਨ ਕੀਤਾ ਅਤੇ ਪੰਜਾਬ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਇਹ यूपी ਦੇ ਵਿੱਚ ਕਾਮਯਾਬ ਹੋਈ BSP ਆਪਣੀ ਸਰਕਾਰ ਬਣਾਉਣ ਦੇ ਲਈ। ਕਾਂਸ਼ੀ ਰਾਮ ਜੀ ਕਿਸ ਸੋਚ ਨੂੰ ਲੈ ਕੇ ਚੱਲਦੇ ਸੀ? ਕੀ ਸੋਚ ਸੀਗੀ? ਹੁਣ ਗੱਠਜੋੜ ਹੋ ਚੁੱਕਾ ਹੈ, ਹੁਣ ਤੁਹਾਨੂੰ ਉਹ ਸੋਚ ਦਿਖਾਈ ਦੇ ਰਹੀ ਹੈ? ਗੱਠਜੋੜ ਜਿਹੜਾ ਅੱਜ ਹੋਇਆ ਤਕਰੀਬਨ ਸਾਹਬ ਕਾਂਸ਼ੀ ਰਾਮ ਦੀ ਗੱਲ ਕਰਾਂ ਤਾਂ ਸਾਹਬ ਕਾਂਸ਼ੀ ਰਾਮ ਨੂੰ ਇੱਕ ਵਾਰੀ ਪੁੱਛਿਆ ਕਿ ਤੁਹਾਡਾ ਚੋਣ ਮਨੋਰਥ ਪੱਤਰ ਕੀ ਹੈ, ਤੁਹਾਡਾ ਮੈਨੀਫੈਸਟੋ ਕੀ ਹੈ? ਤਾਂ ਉਹਨਾਂ ਆਖਿਆ ਵੀ ਮੇਰਾ ਜਿਹੜਾ ਚੋਣ ਮਨੋਰਥ ਪੱਤਰ ਹੈ, ਮੇਰਾ ਮੈਨੀਫੈਸਟੋ ਹੈ, ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਚ ਹੈ। ਹਮੇਸ਼ਾ ਉਹਨਾਂ ਨੇ ਜਦੋਂ ਵੀ ਕੋਈ ਸਪੀਚ ਦੇਣੀ, ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟ ਕਰਨਾ ਹੈ। ਪਰ ਜਿਹੜਾ ਅੱਜ ਗਠਬੰਧਨ ਹੋ ਗਿਆ ਬਾਦਲਸ ਨਾਲ, ਬਾਦਲਸ ਦੇ ਮੱਥੇ 'ਤੇ ਬਹੁਤ ਵੱਡਾ ਕਲੰਕ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਲੱਗਾ ਹੋਇਆ। ਸੋ ਇਸ ਗੱਲ ਦੀ ਮੈਨੂੰ ਇਹ ਲੱਗ ਰਿਹਾ ਵੀ ਇਹ ਜਿਹੜਾ ਗਠਬੰਧਨ ਹੈ ਇਹ ਇਸ ਸੋਚ 'ਤੇ ਕਿਵੇਂ ਉਤਰੇਗਾ। ਇੱਕ ਪਾਸੇ ਤਾਂ ਸਾਹਿਬ ਕਾਂਸ਼ੀ ਰਾਮ ਜੀ ਦੀ ਸੋਚ, ਉਹ ਆਪਣਾ ਮਾਰਗਦਰਸ਼ਕ ਦੱਸਦੇ ਸਨ, ਅਤੇ ਇੱਕ ਪਾਸੇ ਬੇਅਦਬੀ ਵਾਲੇ। ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਵੀ ਲੋਕ ਇਸ ਅਲਾਇੰਸ ਨੂੰ ਡਾਈਜੈਸਟ ਕਰ ਪਾਉਣਗੇ, ਮੈਨੂੰ ਲੱਗਦਾ ਨਹੀਂ। ਸ਼੍ਰੋਮਣੀ ਅਕਾਲੀ ਦਲ ਨੂੰ ਐਲਾਨ ਕਰ ਦਿੱਤਾ ਗਿਆ ਹੈ ਕਿ BSP ਇੰਨੇ ਸੀਟਾਂ 'ਤੇ ਲੱਗੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਇੰਨੇ ਸੀਟਾਂ ਦੇ ਉੱਤੇ ਲੜੇਗੀ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਮੈਨੂੰ ਇਹ ਲੱਗਦਾ ਕਿ ਸੁਖਬੀਰ ਬਾਦਲ ਹੋਰਾਂ ਨੇ ਬੜੀ ਵੱਡੀ ਚਾਲ ਖੇਡੀ ਹੈ ਬਸਪਾ ਨੂੰ ਖ਼ਤਮ ਕਰਨ ਲਈ, ਜੇ ਮੈਂ ਬੇਸਿਕਲੀ ਕਰਾਵਾਂ। ਕਿਉਂਕਿ ਜਿਹੜੀਆਂ ਸੀਟਾਂ ਬਸਪਾ ਦੀਆਂ, ਜਿੱਥੇ ਵੋਟ ਬੈਂਕ ਹੈ ਬਸਪਾ ਦਾ, ਜਾਂ ਉਹਨਾਂ ਦਾ ਆਧਾਰ ਹੈ, ਜਾਂ ਉਹਨਾਂ ਦੇ ਪ੍ਰੋਮੀਨੈਂਟ ਕੈਂਡੀਡੇਟਸ ਲੜਦੇ ਹੁੰਦੇ ਸੀ ਉਹਨਾਂ ਸੀਟਾਂ 'ਤੇ, ਉਹਨਾਂ ਦਾ ਵੋਟ ਬੈਂਕ ਹੈ, ਉਹ ਸਾਰੀਆਂ ਸੀਟਾਂ ਬਸਪਾ ਨੂੰ ਦਿੱਤੀਆਂ ਨਹੀਂ ਗਈਆਂ। ਅਤੇ ਉਹ ਸੀਟਾਂ ਦਿੱਤੀਆਂ ਗਈਆਂ ਜਿੱਥੇ ਉਹਨਾਂ ਦਾ ਕੋਈ ਆਧਾਰ ਹੀ ਨਹੀਂ ਗਾ। ਮੈਂ ਹੁਣੇ ਬੈਠਾ ਕਰੀਬਨ ਇੱਕ ਲਿਸਟ ਵੀ ਦੇਖ ਰਿਹਾ ਸੀ 2017 ਦੀ, ਅਤੇ ਜਿਹੜੀਆਂ 8 ਸੀਟਾਂ ਦੁਆਬੇ 'ਚ ਦਿੱਤੀਆਂ, ਹੁਣ ਬੜੀ ਹੈਰਾਨੀ ਦੀ ਗੱਲ ਹੈ, ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਜਲੰਧਰ ਨੌਰਥ ਦੇ ਵਿੱਚ 1497 ਵੋਟ ਪਈ ਸੀ ਬਸਪਾ ਨੂੰ, ਜਿਹੜੀ ਸੀਟ ਦਿੱਤੀ ਗਈ ਹੈ। ਵੈਸਟ ਦੇ ਵਿੱਚ 1095 ਪਈ ਸੀ, ਅਤੇ 5000 ਵੋਟ ਕਰਤਾਰਪੁਰ 'ਚ ਪਈ ਸੀ ਬਸਪਾ ਨੂੰ 17 'ਚ, ਅਤੇ 55 ਦਸੂਹਾ ਦੇ ਵਿੱਚ 3100 ਪਈ ਸੀ। ਹੁਸ਼ਿਆਰਪੁਰ ਸੈਂਟਰਲ ਦੇ ਹੁਸ਼ਿਆਰਪੁਰ ਜਿਹੜਾ ਸ਼ਹਿਰੀ ਉਹਦੇ 'ਚ 4000 ਕੁਛ ਪਈ ਸੀ, ਟਾਂਡਾ 'ਚ 1700 ਪਈ ਸੀ, ਅਤੇ ਫਗਵਾੜਾ 'ਚ 6100 ਪਈ ਸੀ, ਅਤੇ ਨਵਾਂ ਸ਼ਹਿਰ 'ਚ ਚਲੋ 19000 ਪੈ ਗਈ। ਅਤੇ ਜੇ ਸਾਰੀਆਂ ਵੋਟਾਂ ਇਹਨਾਂ ਸਾਰੀਆਂ 8 ਸੀਟਾਂ ਦੀ ਵੀ ਵੋਟ ਰਲਾ ਲਈਏ ਤਾਂ ਜਿੱਤਣਾ ਮੁਸ਼ਕਿਲ ਹੋ ਜਾਂਦਾ ਹੈ। ਸੋ ਇਸ ਕਰਕੇ ਬਸਪਾ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਹੋਈ ਹੈ। ਬਸਪਾ ਨੂੰ ਖ਼ਤਮ ਕਰਨ ਲਈ ਸੁਖਬੀਰ ਨੇ, ਬਸਪਾ ਦੀ ਜਿਹੜੀ ਸਾਹਿਬ ਕਾਂਸ਼ੀ ਰਾਮ ਉਹਨਾਂ ਦਾ ਮਿਸ਼ਨ ਸੀ, ਉਸ ਵੋਟ ਬੈਂਕ ਨੂੰ, ਉਸ ਬਸਪਾ ਦੇ ਕਾਡਰ ਨੂੰ ਖ਼ਤਮ ਕਰਨ ਲਈ, ਆਪਣੇ ਉਹਨਾਂ ਦਾ ਮੋਢਾ ਯੂਜ਼ ਕਰਕੇ ਆਪਣੀ ਤਰੱਕੀ ਕਰਨ ਲਈ, ਜਿਹੜੀ ਕਿ ਨਹੀਂ ਹੋਣੀ,
ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ ਉਹਨਾਂ ਦੇ ਨਾਲ। ਬੀਐਸਪੀ ਨੂੰ ਇਸ ਗੱਠਜੋੜ ਦਾ ਕੀ ਫਾਇਦਾ ਹੋ ਸਕਦਾ? ਦੇਖੋ, ਬੀਐਸਪੀ ਆਪਣੇ ਕੈਡਰ ਦੇ ਵਿੱਚ ਮੈਸੇਜ ਦੇਣਾ ਚਾਹ ਰਹੀ ਹੈ ਜਾਂ ਸ਼ੋਅ ਕਰਨਾ ਚਾਹ ਰਹੀ ਹੈ ਕਿ ਅਸੀਂ ਇੱਕ ਜਿਹੜੀ ਅੱਜ ਦੀ ਬੀਐਸਪੀ ਆ ਵੀ ਅਸੀਂ ਬਹੁਤ ਵੱਡਾ ਇੱਕ ਜਿਹੜਾ ਭੂਸਰਿਆ ਸਾਨ ਹੁੰਦਾ ਨਾ ਪਿੰਡ 'ਚ, ਜਿੱਦਾਂ ਬਈ ਉਹ ਗਰੀਬਾਂ ਦੇ ਨਿਆਣਿਆਂ ਨੂੰ ਬਹੁਤ ਤੰਗ ਕਰਦਾ, ਵੀ ਅਸੀਂ ਉਹ ਢਾਹ ਲਿਆ। ਜੇ ਢਾਹ ਲਿਆ ਤਾਂ ਗੱਲ ਇੱਥੇ ਤੱਕ ਆ ਵੀ ਹੁਣ ਜੇ ਤੁਸੀਂ ਉਹ ਜਿਹੜਾ ਮੈਸੇਜ ਹੈ ਉਹ ਇਹ ਦੇਣਾ ਬਣਦਾ ਹੈ ਕਿ ਸਾਹਿਬ ਕਾਂਸ਼ੀ ਰਾਮ ਕਹਿੰਦੇ ਸੀ, ਜਿਸ ਕੀ ਜਿਤਨੀ ਸੰਖਿਆ ਭਾਰੀ ਉਸकी ਉਤਨੀ ਹਿੱਸੇਦਾਰੀ, ਵੀ ਜਿਹਦੀ ਜਿੰਨੀ ਸੰਖਿਆ ਭਾਰੀ ਹੈ ਉਹਦੀ ਉਨੀ ਸਰਕਾਰ ਦੇ ਵਿੱਚ ਹਿੱਸੇਦਾਰੀ ਹੋਣੀ ਚਾਹੀਦੀ ਹੈ। ਅੱਜ ਗੱਲ ਇਹ ਹੈ ਵੀ ਜੇ ਬਸਪਾ ਨੇ ਸਹੀ ਮੈਸੇਜ ਦੇਣਾ ਹੈ ਤਾਂ ਬਸਪਾ ਸਾਹਿਬ ਕਾਂਸ਼ੀ ਰਾਮ ਦੇ ਉਸ ਗੱਲ ਨੂੰ ਯਾਦ ਰੱਖਦੇ ਹੋਏ ਆਪਣੀ ਜਿਹੜੀ ਸੰਖਿਆ ਇਸ ਵੇਲੇ ਬਹੁਜਨ ਸਮਾਜ ਦੀ ਹੈ ਪੰਜਾਬ ਦੇ ਵਿੱਚ, ਉਹ 70% ਹੈ, ਤੇ ਸੀਐਮ ਦੀ ਕੁਰਸੀ ਉਸ ਭੂਸਰੇ ਹੋਏ ਸਾਂਢ ਦੇ ਗਲ 'ਚ ਅੰਗੂਠਾ ਦੇ ਕੇ ਸੀਐਮ ਦੀ ਕੁਰਸੀ ਤੇ ਬਹੁਜਨ ਸਮਾਜ ਦਾ ਵਿਅਕਤੀ ਬਿਠਾਉਣ, ਫਿਰ ਇਸ ਜਿਹੜਾ ਅਲਾਇੰਸ ਹੈ ਇਹਦਾ ਮਜ਼ਾ ਹੈ। ਫਿਰ ਇਸ ਗੱਲ ਦੀ ਉਹਨਾਂ ਦੇ ਕੈਡਰ ਦੇ ਵਿੱਚ ਗੱਲ ਜਾਣੀ ਹੈ। ਜਿਹੜੀ ਆਹ ਗੱਲ ਹੈ ਇਹਦੇ ਵਿੱਚੋਂ ਕੁਛ ਨਹੀਂ ਨਿਕਲਣਾ, ਨਾ ਇਹਦੇ 'ਚੋਂ ਜਾਣਾ, ਨਾ ਕੁਛ। ਲੋਕ ਜਿਹੜਾ ਉਹਨਾਂ ਦਾ ਕੈਡਰ ਹੈ ਉਹ ਵੀ ਅੱਜ ਨਿਰਾਸ਼ ਹੈ। ਜਿੱਥੇ ਉਹਨਾਂ ਦੀ ਸਭ ਤੋਂ ਵੱਧ ਵੋਟ ਬੈਂਕ ਸੀ, ਸਾਡਾ ਹਲਕਾ ਫਲੌਰ ਲਾ ਲਓ, ਆਦਮਪੁਰ ਲਾ ਲਓ, ਬੰਗਾ ਲਾ ਲਓ, ਜਿੱਥੇ ਮਿਸ਼ਨਰੀ ਸਾਥੀ ਸੀਗੇ ਪੁਰਾਣੇ ਸਾਹਿਬ ਕਾਂਸ਼ੀ ਰਾਮ ਦੇ, ਉਹ ਅੱਜ ਨਿਰਾਸ਼ ਨੇ। ਉੱਥੇ ਖਤਮ ਹੋ ਜਾਣਾ ਇੱਕ ਦਿਨ ਬਸਪਾ ਨੇ ਜੇ ਆਹੀ ਹਾਲਾਤ ਰਹੇ। ਅਤੇ ਉਹ ਇਸ ਕਰਕੇ ਉਹ ਜੋ ਮੈਸੇਜ ਦੇਣਾ ਚਾਹੁੰਦੇ ਅੱਜ ਦੀ ਬਸਪਾ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਦੁਬਾਰਾ ਸਾਹਿਬ ਕਾਂਸ਼ੀ ਰਾਮ ਦੀ ਸੋਚ 'ਤੇ ਆਉਣ ਅਤੇ ਆ ਕੇ ਜੋ ਕਹਿੰਦੇ ਸੀ, ਜਿਵੇਂ ਮੈਂ ਪਹਿਲਾਂ ਆਖਿਆ ਵੀ ਜਿਸ ਦੀ ਜਿੰਨੀ ਸੰਖਿਆ ਪਾਰੀ ਉਨੀ ਉਸ ਦੀ ਹਿੱਸੇਦਾਰੀ, ਉਸ ਦੇ ਮੁਤਾਬਕ ਬਹੁਜਨ ਦਾ ਸੀਐਮ ਆਪ ਆਪਣਾ ਲਵਾਉਣ ਬਹੁਜਨ ਵਿਅਕਤੀ ਨੂੰ, ਨਾ ਕਿ ਆਪ ਰਹਿਮ 'ਤੇ ਰਹਿਣ। ਜੇ ਇਹੀ ਗੱਲ ਮੈਂ ਸ਼੍ਰੋਮਣੀ ਅਕਾਲੀ ਦਲ 'ਤੇ ਲੈ ਲਵਾਂ, ਜੇ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਫਾਇਦਾ ਹੋ ਸਕਦਾ? ਦੇਖੋ, ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਚਾਲਬਾਜ਼ ਇਸ ਵੇਲੇ, ਜੋ ਮੈਂ ਕਹਾਂ ਕਿ ਬਾਦਲ ਜਿਹੜੇ ਆ ਨਾ ਉਹ ਚਾਲਬਾਜ਼ ਨੇ। ਉਹਨਾਂ ਨੂੰ ਇੱਕ ਚਾਹੀਦਾ ਕਿ ਕੋਈ ਨਾ ਕੋਈ ਕਿਸੇ ਦੇ ਮੋਢੇ 'ਤੇ ਪੈਰ ਰੱਖ ਕੇ ਅਸੀਂ ਅੱਗੇ ਨਿਕਲ ਜਾਈਏ। ਪਹਿਲਾਂ ਉਹਨਾਂ ਨੇ ਭਾਜਪਾ ਨੂੰ ਯੂਜ਼ ਕੀਤਾ 20-25 ਸਾਲ, ਉਹਨਾਂ ਨੂੰ ਰੱਦੀ ਕਰਕੇ ਰੱਖਤਾ। ਅੱਜ ਉਹਨਾਂ ਦੀ ਕੋਈ ਲੀਡਰਸ਼ਿਪ ਹੀ ਨਹੀਂ ਇੰਨੀ ਸਟਰੋਂਗ ਭਾਜਪਾ ਦੀ ਪੰਜਾਬ ਦੇ ਵਿੱਚ, ਇੰਨਾ ਬਦਨਾਮ ਕਰ ਦਿੱਤਾ। ਰੇਤਾ ਮਾਫੀਆ, ਕੇਬਲ ਮਾਫੀਆ, ਇਰੀਗੇਸ਼ਨ ਮਾਫੀਆ, ਕਿਹੜਾ ਮਾਫੀਆ ਲੈ ਕੇ ਉਹਨਾਂ ਨੂੰ ਬਦਨਾਮ ਕਰ ਦਿੱਤਾ। ਕੰਮ ਆਪ ਕਰਕੇ, ਮਾਲ ਆਪ ਕਾ ਕੇ ਬਦਨਾਮੀ ਨਾਲ ਭਾਜਪਾ ਨੂੰ ਦੇ ਦਿੱਤੀ। ਸੋ ਇਹ ਤਾਂ ਯੂਜ਼ ਕਰਦੇ ਆ ਇੱਕ ਦੂਜੇ ਨੂੰ ਵੀ, ਕਿਹੜਾ ਮੈਂ ਪਾਰਟਨਰ ਇਸ ਵਾਰੀ ਯੂਜ਼ ਕਰਨਾ। ਤਾਂ ਉਹਨਾਂ ਦੀ ਇੱਕ ਚਾਲ ਹੈ ਵੀ ਸ਼ਾਇਦ ਅਸੀਂ ਬਸਪਾ ਨੂੰ ਜਿਹੜਾ ਯੂਜ਼ ਕਰਕੇ ਅੱਗੇ ਨਿਕਲ ਜਾਈਏ, ਦਲਿਤ ਵੋਟ ਬੈਂਕ ਸਾਡੇ ਨਾਲ ਆ ਜਾਏਗਾ, ਇਹ ਸਾਡੀਆਂ ਗੱਲਾਂ 'ਚ ਆ ਜਾਏਗਾ। ਪਰ ਜੋ ਮੈਨੂੰ ਥੱਲੇ ਗਰਾਊਂਡ 'ਤੇ ਲੱਗਦਾ ਹੈ ਉਹ ਇਹ ਹਾਲਾਤ ਬਣਦੇ ਨਹੀਂ ਦਿਸ ਰਹੇ, ਕਿਉਂਕਿ ਅੱਜ ਜਿਹੜਾ ਸਾਡਾ ਨੌਜਵਾਨ ਹੈ, ਜਿਹੜਾ ਸਾਹਿਬ ਕਾਂਸ਼ੀ ਰਾਮ ਨੂੰ ਪੜ੍ਹਦਾ ਹੈ, ਜਿਹੜਾ ਅੰਬੇਡਕਰ ਸਾਹਿਬ ਨੂੰ ਪੜ੍ਹਦਾ ਹੈ, ਉਹ ਸਾਰੀਆਂ ਗੱਲਾਂ ਜਾਣਦਾ ਹੈ, ਹੁਣ ਪੜ੍ਹਿਆ ਲਿਖਿਆ ਨੌਜਵਾਨ ਹੈ। ਸੋ ਇਸ ਕਰਕੇ ਜੋ ਉਹਨਾਂ ਦੀ ਚਾਲ ਹੈ ਕਿ ਅਸੀਂ ਸ਼ਾਇਦ 9-10 ਸੀਟਾਂ ਆਉਣੀਆਂ ਸੀ, ਹੁਣ 15-20 ਲੈ ਜਾਵਾਂਗੇ, ਅਤੇ ਨਹੀਂ, ਉਹ ਬਣਨੀ ਨਹੀਂ ਗੱਲ। ਸੁਖਬੀਰ ਬਾਦਲ ਦਾ ਇੱਕ ਬਿਆਨ ਆਇਆ ਕਿ ਸਾਡਾ ਇੱਕੋ ਹੀ ਮਕਸਦ ਹੈ, ਲੋਕਾਂ ਨੂੰ ਕਾਂਗਰਸ ਤੋਂ ਬਚਾਉਣਾ ਅਤੇ ਦੁਆਰਾ ਜਿਹੜੀ ਅਰਧ ਵਿਵਸਥਾ ਹੈਗੀ ਉਹਨੂੰ ਦੁਆਰਾ ਪੱਟਰੀ 'ਤੇ ਲੈ ਕੇ ਆਉਣਾ। ਇਹਦੇ ਉੱਤੇ ਤੁਹਾਡਾ ਕੀ ਬਿਆਨ? ਇਹ ਅਰਥ ਵਿਵਸਥਾ ਵਿਗਾੜੀ ਕਿਹਨੇ ਹੈ? ਇਹ ਤਾਂ ਵਿਗਾੜੀ ਇਹਨਾਂ ਨੇ ਹੈ। ਵਿਗਾੜੀ ਜੇ ਮਾਈਨਿੰਗ ਦਾ ਪੈਸਾ ਰੈਵਨਿਊ ਸਰਕਾਰ ਦੇ ਖਾਤੇ 'ਚ ਜਾਂਦਾ ਨਿੱਜੀ ਜੇਬਾਂ ਦੀ ਬਜਾਏ, ਤਾਂ ਅਰਥ ਵਿਵਸਥਾ ਵਿਗੜਦੀ ਕਿਉਂ? ਇਰੀਗੇਸ਼ਨ ਘਟਾਲਾ 1000 ਕਰੋੜ ਦਾ, ਕਿਹੜੀਆਂ ਕੇਬਲ ਦਾ ਕਿੰਨਾ ਰੈਵਨਿਊ ਸਰਕਾਰ ਦਾ। ਇਹ ਸਾਰਾ ਟਰਾਂਸਪੋਰਟ ਮਾਫੀਆ ਕੀ ਕੀਤਾ, ਸਾਡੀਆਂ ਬੱਸਾਂ ਗਲ ਰਹੀਆਂ ਖੜ੍ਹ ਕੇ ਡਿਪੂਆਂ 'ਤੇ ਖੜ੍ਹੀਆਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆ, ਇਹ ਜਿਹੜਾ ਅਰਥ ਵਿਵਸਥਾ ਪੰਜਾਬ ਦੀ ਵਿਗਾੜੀ ਹੈ, ਇਹਨਾਂ ਨੇ ਤਾਂ ਵਿਗਾੜੀ ਹੈ। ਸੋ ਇਹਨਾਂ ਕੋਲ ਕਿਹੜਾ ਪਲਾਨ ਹੈ? ਇਹਨਾਂ ਕੋਲ ਤਾਂ ਇੱਕੋ ਹੀ ਪਲਾਨ ਆ, ਆਪਣੀ ਅਰਥ ਵਿਵਸਥਾ ਠੀਕ ਕਰਨ ਦਾ। ਆਪਣਾ ਹੋਟਲ ਕਿਵੇਂ ਬਣਾਉਣਾ ਹੈ, ਆਪਣੀ ਬੱਸ ਕਿਵੇਂ ਵਧਾਉਣੀ ਹੈ, ਇਹ ਤਾਂ ਉਵੇਂ ਦੀ ਅਰਥ ਵਿਵਸਥਾ ਬਾਰੇ ਸੋਚਦੇ। ਪੰਜਾਬ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ, ਔਰ ਉਹ ਵੀ ਗਰੀਬ ਵਰਗ ਦਾ ਤਾਂ ਕਦੇ ਵੀ ਨਹੀਂ। ਗਰੀਬ ਵਰਗ ਦੀ ਜਦੋਂ ਗੱਲ ਆਏਗੀ, ਇਹ ਆਪਣੇ ਰਿਸ਼ਤੇਦਾਰ ਦੇ ਨਾਲ ਖੜਨਗੇ, ਗਰੀਬ ਵਰਗ ਦੇ ਨਾਲ ਨਹੀਂ ਖੜਨਗੇ। ਸੁਖਬੀਰ ਬਾਦਲ ਦਾ ਇੱਕ ਹੋਰ ਬਿਆਨ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਦਲਿਤ ਦੀ ਪਾਰਟੀ ਹੈ, ਔਰ ਸਾਡਾ ਜਿਹੜਾ ਗੱਠਜੋੜ ਹੋ ਗਿਆ ਦਲਿਤ ਗੱਠਜੋੜ ਵੀ ਹੋ ਚੁੱਕਾ ਬਹੁਮਤ ਸਮਾਜ ਪਾਰਟੀ ਨਾਲ। ਇਹਦੇ ਗੱਠਜੋੜ ਦੇ ਨਾਲ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਏਗਾ ਜਾਂ ਪਬਲਿਕ ਸਟੰਟ ਹੀ ਹੋਏਗਾ? ਦੇਖੋ, ਮੈਂ ਦਿਲੋਂ ਚਾਹੁੰਦਾ ਕਿ ਗਰੀਬ ਵਰਗ ਦੇ ਲੋਕਾਂ ਦਾ ਫਾਇਦਾ ਹੋਵੇ। ਕਿਸੇ ਦੀ ਵੀ ਸਰਕਾਰ ਬਣੇ, ਕਿਸੇ ਵੀ ਸਰਕਾਰ ਬਣੇ, ਬਹੁਤ ਕੁਛ ਜਿਹੜਾ ਗਰਾਊਂਡ 'ਤੇ, ਨਾ ਸਾਡੇ ਬੱਚਿਆਂ ਕੋਲ ਰੋਜ਼ਗਾਰ ਹੈ, ਨਾ ਸਾਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਮਿਲ ਰਹੀ ਹੈ, ਕਈ ਗੱਲਾਂ ਨੇ ਹਜੇ ਤੱਕ, ਬਹੁਤ ਕੁਛ ਹੋਣ ਵਾਲਾ। ਸਾਡੇ ਹਜੇ ਹੈਲਥ ਜਿਹੜੀਆਂ ਸਰਵਿਸਿਜ਼ ਆ ਉਹ ਵੀ ਪੂਰੀਆਂ ਨਹੀਂ ਹੈਗੀਆਂ, ਕਿਉਂਕਿ ਗਰੀਬ ਵਰਗ ਨੇ ਹੀ ਇਹ ਚੀਜ਼ਾਂ ਯੂਜ਼ ਕਰਨੀਆਂ ਹੁੰਦੀਆਂ। ਜਿਹੜੀ ਵੀ ਸਰਕਾਰ ਬਣੇ, ਉਹ ਪੰਜਾਬ ਦਾ ਜਿਹੜਾ ਆ ਇਸ ਤਰ੍ਹਾਂ ਦਾ ਵਿਕਾਸ ਜ਼ਰੂਰ ਹੋਵੇ।
ਪਰ ਜੇ ਕਹੀਏ ਵੀ ਇਹ ਦੋਨੇ ਜਿਹੜਾ ਅਲਾਇੰਸ ਅੱਜ ਦਾ ਇਹ ਕਿਸੇ ਪਾਸੇ ਨੂੰ ਪਹਿਲੀ ਗੱਲ ਤਾਂ ਇਹ ਸਰਕਾਰ ਨਹੀਂ ਬਣਾਏਗਾ ਕਦੇ ਵੀ, ਇਹ ਮੈਂ ਲਿਖ ਕੇ ਦੇ ਸਕਦਾ, ਕਦੇ ਵੀ ਇਹਨਾਂ ਦੀ ਸਰਕਾਰ ਨਹੀਂ ਬਣ ਸਕਦੀ। ਇਹ ਮੈਂ ਤੁਹਾਨੂੰ ਐਫੀਡੇਵਿਟ ਦੇ ਦਿੰਦਾ ਵੀ ਇਹ ਸਰਕਾਰ ਦੇ ਨੇੜੇ ਤੇੜੇ ਵੀ ਨਹੀਂਗੇ। ਇਹ ਦੂਜੀ ਗੱਲ, ਜਿਹੜੀ ਗੱਲ ਕਹਿੰਦੇ ਵੀ ਸ਼ਾਇਦ ਅਸੀਂ ਦਲਿਤਾਂ ਲਈ ਕੁਛ ਕਰ ਦਿਆਂਗੇ, ਦਲਿਤ ਕਾਰਡ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਆ, ਗਰੀਬ ਵਰਗ ਦੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ, ਉਹ ਬਿਲਕੁਲ ਨਹੀਂ ਹੋਣਾ ਹੈ। ਕਿਉਂਕਿ ਦੇਖੋ ਅਸੀਂ ਤਾਂ ਹੁਣ ਬਾਦਲ ਨਾਲ ਬਹੁਤ ਚਿਰ ਰਹੇ ਹਾਂ, ਜਿੱਥੇ ਕਿਤੇ ਇੱਦਾਂ ਦੀ ਗੱਲ ਆਉਂਦੀ ਸੀ ਤਾਂ ਇਹਨਾਂ ਨੇ ਗਰੀਬ ਜਿਹੜੇ ਨਿਮਾਣੇ ਨਤਾਣੇ ਇਹਨਾਂ ਦੇ ਲੀਡਰ ਸੀ ਉਹਨਾਂ ਨੂੰ ਮਾਰ ਲਿਆ ਅਤੇ ਆਪਣੇ ਰਿਸ਼ਤੇਦਾਰ ਨੂੰ ਹਮੇਸ਼ਾ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਸੀ। ਤੋ ਇਸ ਕਰਕੇ ਇਹ ਰਿਸ਼ਤੇਦਾਰੀ ਵਾਲੇ ਆਪਣੇ ਉਹਨਾਂ ਚੱਕਰਾਂ 'ਚ ਪਿੱਛੇ ਦੇਖਿਆ ਵੀ ਹੋਣਾ ਤੁਸੀਂ, ਬਿਕਰਮ ਸਿੰਘ ਮਜੀਠੀਆ ਦਾ ਨਾਮ ਆਇਆ, ਉਹਦਾ ਅਸਤੀਫਾ ਲਿਆ ਹੀ ਨਹੀਂ। ਗਰੀਬ ਵਰਗ ਦੇ ਕੋਈ ਹੋਰ ਉਹਨਾਂ ਦੀਆਂ ਇਨਕੁਆਰੀਆਂ ਖਿਲਾਤੀਆਂ, ਫਲੋਰ ਸਾਹਿਬ ਦਾ ਅਸਤੀਫਾ ਲੈ ਲਿਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਲੋਕ ਜਾਣਦੇ ਆ ਕਿ ਇਹ ਕਿੰਨੇ ਕੁ ਹਮੈਤੀ ਆ ਗਰੀਬ ਵਰਗ ਦੇ, ਦਲਿਤਾਂ ਦੇ, ਨਿਮਾਣਿਆਂ ਦੇ, ਨਤਾਣਿਆਂ ਦੇ। ਇਹ ਕਿਸੇ ਦੇ ਨਹੀਂ, ਇਹਨਾਂ ਨੂੰ ਤਾਂ ਆਪਣੀ ਉਹੀ ਜਿਹੜੀ ਹੈ ਹੋਟਲ ਬਣਾਉਣ ਦੀ, ਬੱਸਾਂ ਵਧਾਉਣ ਦੀ, ਕੇਬਲ ਮਾਫੀਆ, ਇਹ ਇੱਦਾਂ ਦੇ ਮਾਫੀਆ ਮੂਫੀਆ ਵਧਾਉਣ ਦੀ ਜਿਹੜੀ ਇਹਨਾਂ ਦੀ ਰਾਜਨੀਤੀ ਹੈ, ਇਹ ਕਿਤੇ ਨਹੀਂ ਖੜਦੇ। ਇਸ ਵੇਲੇ ਪੰਜਾਬ ਦੇ ਜਿਹੜਾ ਪੋਲੀਟੀਕਲ ਮੈਪ ਹੈ ਆਉਣ ਵਾਲੇ ਸਮੇਂ 'ਚ 15-20 ਸਾਲ ਕਿਤੇ ਨਹੀਂ ਖੜਨਗੇ। ਮੇਰੀ ਬਸਪਾ ਦੇ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਇਹਨੂੰ ਦੁਬਾਰਾ ਸੋਚ ਲਓ, ਇਹਨਾਂ ਦੇ ਨਾਲ ਕਿਤੇ ਤੁਹਾਡਾ ਨੁਕਸਾਨ ਨਾ ਹੋ ਜਾਏ। ਕਿਉਂਕਿ ਸਾਹਿਬ ਕਾਂਸ਼ੀ ਰਾਮ ਜਿਹੜੇ ਉਹਨਾਂ ਦਾ ਬਹੁਤ ਵੱਡਾ ਸੰਘਰਸ਼ ਹੈ, ਮੈਂ ਦਿਲੋਂ ਸਲੂਟ ਕਰਦਾ ਉਹਨਾਂ ਦੇ ਸੰਘਰਸ਼ ਨੂੰ, ਸਲਾਮ ਕਰਦਾ, ਸਿਜਦਾ ਕਰਦਾ, ਕਿਉਂਕਿ ਇੱਕ ਗਰੀਬ ਘਰ 'ਚੋਂ ਉੱਠ ਕੇ ਇੰਨਾ ਸੰਘਰਸ਼ ਕਰਕੇ ਪੂਰੇ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੀ ਜਿਹੜੀ ਆਵਾਜ਼ ਬਣਨਾ, ਉਹਨਾਂ ਨੂੰ ਖੜੇ ਕਰਨਾ ਬਹੁਤ ਵੱਡੀ ਗੱਲ ਹੈ। ਔਰ ਉਦੋਂ ਸਾਧਨ ਵੀ ਨਹੀਂ ਸੀ, ਸਾਈਕਲਾਂ 'ਤੇ ਚੱਲਦੇ ਸੀ, ਤੁਰ ਕੇ ਚੱਲਦੇ ਸੀ, ਆਪਣੀ ਸਾਰੀ ਸਿਹਤ ਵੀ ਖਰਾਬ ਕਰ ਲਈ। ਉਹ ਜਿਹੜੀ ਸਾਹਿਬ ਕਾਂਸ਼ੀ ਰਾਮ ਦੀ ਸੋਚ ਹੈ, ਬਹੁਤ ਵੱਡੀ ਸੋਚ ਹੈ। ਉਹਨੂੰ ਦੇਖਦੇ ਹੋਏ, ਉਹਨੂੰ ਮੱਦੇ ਨਜ਼ਰ ਰੱਖਦੇ ਹੋਏ, ਜਾਂ ਤਾਂ ਜਿਹੜੇ ਉਹ ਕਹਿੰਦੇ ਸੀ ਪੰਜਾਬ ਦੇ ਲੋਕੋ ਗੈਰਤਮੰਦ ਬਣੋ, ਮੇਰੇ ਲੋਕੋ ਗੈਰਤਮੰਦ ਬਣੋ, ਉਹਨਾਂ ਦੀਆਂ ਬਹੁਤ ਸਪੀਚਾਂ ਕਦੇ ਸੁਣਿਓ, ਕਦੇ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਸਾਥੀ ਹੈ ਤਾਂ ਸੁਣਦੇ ਵੀ ਹੋਣਗੇ ਕਿ ਪੰਜਾਬ ਦੇ ਲੋਕੋ ਗੈਰਤਮੰਦ ਬਣੋ। ਅਤੇ ਜੇ ਗੈਰਤ ਰੱਖਣੀ ਤਾਂ ਫਿਰ ਆਪਣਾ CM ਬਣਾਓ, ਫਿਰ ਇਹਨਾਂ ਨੂੰ ਕਾਹਦੇ ਲਈ CM ਬਣਾ ਕੇ ਦੇਣਾ? ਬਾਦਲਾਂ ਦਾ CM ਕਿਉਂ? ਫਿਰ ਬਸਪਾ ਦਾ ਬਣੇ, ਬਹੁਜਨ ਬਣੇ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦੇ ਵਿੱਚੋਂ ਕੁਛ ਨਹੀਂ ਨਿਕਲਣਾ ਹੈਗਾ। ਇਹ ਸਾਹਿਬ ਕਾਂਸ਼ੀ ਰਾਮ ਦੀ ਸੋਚ ਦੇ ਉਲਟ ਕੰਮ ਹੋ ਰਿਹਾ। ਬੇਅਦਬੀ ਦਾ ਵੀ ਮਾਮਲਾ ਇਹਨਾਂ 'ਤੇ ਚੱਲ ਰਿਹਾ, ਬੇਅਦਬੀ ਦੇ ਵੀ ਆਰੋਪ ਲੱਗਦੇ ਪਏ। ਦੇਖੋ, ਬੇਅਦਬੀ ਤਾਂ ਬਹੁਤ ਵੱਡਾ ਇਸ਼ੂ ਹੈ, ਤਾਂ ਇਕੱਲਾ ਬੇਅਦਬੀ ਨਹੀਂ, ਕੋਟਕਪੂਰਾ ਫਾਇਰਿੰਗ ਹੈ, ਉਹ ਕਿਹਨੇ ਗੋਲੀ ਚਲਾਈ, ਇਹ ਸਾਰੇ ਇਸ਼ੂਜ਼ ਜਿਹੜੇ ਆ ਬਾਦਲ ਇਸ 'ਤੇ ਬਹੁਤ ਬੈਕਫੁੱਟ ਹੈ। ਹੁਣ ਗੱਲਾਂ ਜਗ ਜ਼ਾਹਰ ਹੋ ਚੁੱਕੀਆਂ ਆ, ਇਹ ਉਜਾਗਰ ਹੋ ਚੁੱਕੀਆਂ ਆ ਗੱਲਾਂ। ਹੁਣ ਇਹ 'ਚ ਕੋਈ ਲੁਕਾ ਛਪਾ ਨਹੀਂ ਰਹਿ ਗਿਆ। ਅਤੇ ਜੋ ਪਿੱਛੇ ਜੋ ਹੋਇਆ ਹੁਣ ਪੰਜਾਬ ਸਾਰਾ ਜਾਣਦਾ ਆ, ਕੌਣ ਕਰ ਰਿਹਾ ਸੀ, ਕਿਵੇਂ ਹੋ ਰਹੀਆਂ ਸੀ ਸਾਰੀਆਂ ਗੱਲਾਂ। ਸੋ ਇਸ਼ੂਜ਼ ਜਿਹੜੇ ਆ ਇਹ ਹਜੇ ਵੀ ਸਟੈਂਡ ਕਰਦੇ ਆ। ਬੇਅਦਬੀ ਦਾ ਇਸ਼ੂ ਹੋ ਗਿਆ, ਮਾਈਨਿੰਗ ਮਾਫੀਆ ਦਾ ਇਸ਼ੂ ਹੋ ਗਿਆ, ਈਵਨ ਡਰੱਗਸ ਦਾ ਇਸ਼ੂ ਬਹੁਤ ਵੱਡਾ, ਜਿਹੜਾ ਡਰੱਗ ਮਾਫੀਆ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਸੀ, ਜਿਹਦੇ ਕਰਕੇ ਸਾਡੀ ਨੌਜਵਾਨੀ ਇੱਕ ਨਸਲ ਜਿਹੜੀ ਹੈ ਉਹ ਖਰਾਬ ਹੋ ਚੁੱਕੀ ਹੈ, ਉਹਦਾ ਬਹੁਤ ਵੱਡਾ ਇਸ਼ੂ ਹੈ। ਉਹਦੇ ਵਿੱਚ ਕੀ ਹੋਇਆ, STF ਦੀਆਂ ਰਿਪੋਰਟਸ ਆਈਆਂ, ਉਹਦੇ ਵਿੱਚ ਕੌਣ ਪਾਇਆ ਗਿਆ, ਇਹ ਸਾਰੀਆਂ ਗੱਲਾਂ ਲੋਕ ਜਾਣਦੇ ਆ। ਔਰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜਲਦ ਆ ਜਾਣਾ ਟਾਈਮ, ਪੰਜਾਬ ਦਾ ਫੈਸਲਾ ਜ਼ਰੂਰ ਦੇਗਾ ਔਰ ਅੱਛਾ ਫੈਸਲਾ ਦੇ। ਇਹ ਸੀ ਸਾਡੇ ਨਾਲ ਦਵਨਵੀਰ ਸਿੰਘ ਫਲੌਰ। कैमरामैन दविंदर देना, विनय शर्मा, दैनिक सवेरा टीवी, जलंधर। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।